हाँ जी, सो रूल्स ਨੂੰ ਆਪਾਂ ਕੰਟੀਨਿਊ ਕਰਦੇ ਹਾਂ। ਸਾਇੰਟੀਫਿਕ ਨੇਮ ਔਰ ਕਾਮਨ ਨੇਮ ਕਈ ਵਾਰ ਸੇਮ ਵੀ ਹੋ ਸਕਦਾ, ਠੀਕ ਹੈ, ਕਿਉਂਕਿ ਸਾਇੰਟੀਫਿਕ ਨੇਮ ਇਸ ਕਰਕੇ ਰੱਖੇ ਜਾਂਦੇ ਆ ਕਿਉਂਕਿ ਕਾਮਨ ਨੇਮ ਦੁਨੀਆ ਦੀਆਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਹੁੰਦੇ ਆ, ਸੋ ਕਨਫਿਊਜ਼ਨ ਹੁੰਦਾ। ਜੇ ਕਿਸੇ ਕਾਮਨ ਨੇਮ ਨੂੰ ਸਾਰੀ ਦੁਨੀਆ ਦੇ ਵਿੱਚ ਪਛਾਣਿਆ ਜਾਂਦਾ ਹੈ, ਜਿਵੇਂ ਯੂਕਲਿਪਟਸ ਨੂੰ ਪਛਾਣਿਆ ਜਾਂਦਾ ਹੈ, ਜਿਵੇਂ ਗੋਰਿਲਾ ਨੂੰ ਪਛਾਣਿਆ ਜਾਂਦਾ ਹੈ, ਤਾਂ ਫਿਰ ਸਾਇੰਟੀਫਿਕ ਨੇਮ ਜਿਹੜਾ ਹੈਗਾ ਉਹ ਕਾਮਨ ਨੇਮ ਸੇਮ ਹੀ ਹੋ ਸਕਦਾ, ਫਿਰ ਉਹਨੂੰ ਚੇਂਜ ਨਹੀਂ ਕਰਦੇ। ਜਿਵੇਂ ਐਵਰੀ ਲੈਂਗੁਏਜ ਦੇ ਵਿੱਚ ਮਤਲਬ ਗੋਰਿਲਾ ਇਜ਼ ਨੋਨ ਐਜ਼ ਗੋਰਿਲਾ, ਠੀਕ ਹੈ, ਐਂਡ ਯੂਕਲਿਪਟਸ ਨੂੰ ਵੀ ਸਫੈਦੇ ਨੂੰ ਵੀ ਮੋਸਟ ਆਫ ਦਾ ਪੀਪਲ, ਮੋਸਟ ਆਫ ਦਾ ਕੰਟਰੀਜ਼ ਉਹਨਾਂ ਨੂੰ ਯੂਕਲਿਪਟਸ ਜਿਹੜਾ ਹੈਗਾ ਪਤਾ ਹੈ ਵੀ ਕੀ। ਇਹ ਨਹੀਂ ਹੈ ਕਿ ਯੂਕਲਿਪਟਸ ਦਾ ਕਿਸੇ ਭਾਸ਼ਾ 'ਚ ਕੋਈ ਹੋਰ ਮਤਲਬ ਹੋਵੇ, ਠੀਕ ਹੈ। ਸੋ ਇਫ ਪੋਸੀਬਲ, ਇਹ ਦੋ ਐਗਜ਼ਾਮਪਲਸ ਹੈ, ਬਹੁਤ ਰੇਅਰ ਐਗਜ਼ਾਮਪਲਸ ਹੁੰਦੀਆਂ। ਇਫ ਪੋਸੀਬਲ ਤਾਂ ਕਾਮਨ ਨੇਮ ਔਰ ਸਾਇੰਟੀਫਿਕ ਨੇਮ ਜਿਹੜੇ ਹੈ ਉਹਨਾਂ ਨੂੰ ਸੇਮ ਰੱਖਿਆ ਜਾ ਸਕਦਾ, ਔਰ ਜੇ ਸਪੀਸ਼ੀਜ਼ ਔਰ ਜੀਨਸ ਵੀ ਸੇਮ ਹੋ ਸਕਦੇ। ਦੇਖੋ ਇਹ ਵੀ ਤੁਸੀਂ ਨਾ ਸਮਝਣੀ ਹੈ, ਜੀਨਸ ਦੀਆਂ ਸਪੀਸ਼ੀਜ਼ ਜੇ ਜ਼ਿਆਦਾ ਹੋਣ, ਜੇ ਜੀਨਸ ਦੀਆਂ ਸਪੀਸ਼ੀਜ਼ ਜ਼ਿਆਦਾ ਹੋਣ, ਮਤਲਬ ਜੇ ਜੀਨਸ ਦੀਆਂ ਕਿੰਨੀਆਂ ਸਾਰੀਆਂ ਸਪੀਸ਼ੀਜ਼ ਹੈ, ਜਿਵੇਂ ਤੁਸੀਂ ਪੜ੍ਹੋਗੇ ਵੀ ਪੈਂਥਰਾ ਇੱਕ ਜੀਨਸ ਹੈ, ਠੀਕ ਹੈ, ਉਹਨੂੰ ਪੈਂਥਰਾ ਲੀਓ ਇੱਕ ਉਹਦੇ 'ਚ ਸਪੀਸ਼ੀਜ਼ ਹੁੰਦੀ ਹੈ, ਠੀਕ ਹੈ, ਇੱਕ ਉਹਦੇ 'ਚ ਪੈਂਥਰਾ ਟਿਗਰਿਸ ਹੁੰਦੀ ਹੈ, ਇੱਕ ਲਾਇਨ ਹੁੰਦਾ, ਇੱਕ ਟਾਈਗਰ ਹੁੰਦਾ। ਮਤਲਬ ਇੱਕ ਜੀਨਸ ਦੀਆਂ ਜੇ ਬਹੁਤੀਆਂ ਸਪੀਸ਼ੀਜ਼ ਹੈ ਤਾਂ ਉਹ ਇੱਕ ਕੰਡੀਸ਼ਨ ਹੈ ਵੀ ਇੱਕ ਜੀਨਸ ਹੈ, ਉਹਦੀਆਂ ਬਹੁਤ ਸਾਰੀਆਂ ਸਪੀਸ਼ੀਜ਼ ਹੈ, ਠੀਕ ਹੈ। ਜੇਕਰ ਇੱਕ ਜੀਨਸ ਦੀ ਇੱਕੋ ਹੀ ਸਪੀਸ਼ੀਜ਼ ਹੈ ਤਾਂ ਫਿਰ ਉਹੀ ਜੀਨਸ ਹੈ, ਉਹੀ ਸਪੀਸ਼ੀਜ਼ ਹੈ। ਇਹ ਲੇਟਰ ਔਨ ਜਦੋਂ ਮੈਂ ਤੁਹਾਨੂੰ ਟੈਕਸੋਨੋਮਿਕ ਕੈਟਾਗਰੀਜ਼ ਕਰਾਉਣੀ ਹੈ ਇਸ ਤੋਂ ਬਾਅਦ ਤਾਂ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸਮਝ ਜਾਣਾ। ਮਤਲਬ ਗੋਰਿਲਾ ਦੀ ਹੋਰ ਕੋਈ ਸਪੀਸ਼ੀਜ਼ ਨਹੀਂ ਹੈ, ਸੋ ਸਾਇੰਟੀਫਿਕ ਨੇਮ 'ਚ ਦੋ ਅਕਸ਼ਰ ਆਉਣੇ ਚਾਹੀਦੇ ਆ। ਸੋ ਗੋਰਿਲਾ ਗੋਰਿਲਾ, ਯੂਕਲਿਪਟਸ ਯੂਕਲਿਪਟਸ। ਮਤਲਬ ਜਿੱਦਾਂ ਸ਼ੇਰ ਔਰ ਟਾਈਗਰ, ਲਾਇਨ ਐਂਡ ਟਾਈਗਰ ਦੋ ਅਲੱਗ-ਅਲੱਗ ਸਪੀਸ਼ੀਜ਼ ਹੈ, ਜੀਨਸ ਸੇਮ ਹੈ, ਸਪੀਸ਼ੀਜ਼ ਡਿਫਰੈਂਟ ਹੈ, ਉੱਥੇ ਸਪੀਸ਼ੀਜ਼ ਹੁੰਦੀ ਡਿਫਰੈਂਟ। ਮਤਲਬ ਜੇ ਪੈਂਥਰਾ ਇੱਕੋ ਹੀ ਹੁੰਦਾ ਤਾਂ ਅਸੀਂ ਹੋ ਸਕਦਾ ਪੈਂਥਰਾ ਲਿਖ ਦਿੰਦੇ, ਠੀਕ ਹੈ। ਸੋ ਇਸ ਗੱਲ ਦਾ ਮਤਲਬ ਇੱਦਾਂ ਵੀ ਹੋ ਸਕਦਾ। ਉਸ ਤੋਂ ਬਾਅਦ ਇੱਕ ਚੀਜ਼ ਹੈ ਜਿਹੜੀ ਇੱਥੇ ਮੈਂ ਲਿਖੀ ਹੈ, ਇਹ ਹੈਗਾ ਪ੍ਰਾਇਓਰਿਟੀ ਦਾ ਲਾ, ਠੀਕ ਹੈ। ਪ੍ਰਾਇਓਰਿਟੀ ਲਾ ਮਤਲਬ ਸਾਇੰਟੀਫਿਕ ਨੇਮਿੰਗ ਜਿਹੜੀ ਹੈ ਉਹ ਕਨਫਿਊਜ਼ਨ ਨੂੰ ਘਟਾਉਣ ਦੇ ਲਈ ਬਣਾਈ ਗਈ ਹੈ। ਸਾਇੰਟੀਫਿਕ ਨੇਮਿੰਗ ਐਕਚੁਅਲੀ ਜਦੋਂ ਇਹਨੇ ਸ਼ੁਰੂ ਕੀਤੀ ਹੈ ਲੀਨੀਅਸ ਨੇ, ਉਸ ਤੋਂ ਪਹਿਲਾਂ ਦੁਨੀਆ 'ਚ ਸਾਇੰਟੀਫਿਕ ਨੇਮਿੰਗ ਮਾੜੀ ਮੋਟੀ ਸ਼ੁਰੂ ਹੋ ਗਈ ਸੀ, ਲੇਕਿਨ ਫਿਰ ਪ੍ਰੋਬਲਮ ਆਣੀ ਸੀ। ਸੋ 1753 ਦੇ ਵਿੱਚ ਇੱਕ ਡੇਟ ਰੱਖੀ ਗਈ ਹੈ, 1 ਮਈ 1753, ਆਪਾਂ ਉਹ ਲਿਖੀ ਹੋਈ ਹੈ ਨੋਟਸ ਦੇ ਵਿੱਚ, ਠੀਕ ਹੈ, 1 ਮਈ 1753। ਉਸ ਤੋਂ ਪਹਿਲੇ ਜੇ ਕਿਸੇ ਪਲਾਂਟ ਦਾ ਕੋਈ ਸਾਇੰਟੀਫਿਕ ਨੇਮ ਸੀਗਾ ਤਾਂ ਉਹ ਰੱਦ ਹੋ ਗਿਆ। ਇਸੇ ਤਰ੍ਹਾਂ 1758 ਤੋਂ, ਠੀਕ ਹੈ, ਜੇ ਕਿਸੇ ਐਨੀਮਲ ਦਾ ਇਸ ਤੋਂ ਪਹਿਲਾਂ ਕੋਈ ਨਾਮ ਸੀਗਾ 1 ਅਗਸਤ 1758 ਤੋਂ ਪਹਿਲੇ ਤਾਂ ਉਹ ਰੱਦ ਹੋ ਗਿਆ, ਠੀਕ ਹੈ। ਇਹਨਾਂ ਡੇਟਸ ਤੋਂ ਬਾਅਦ ਜਿਹੜਾ ਵੀ ਪਹਿਲਾ ਨਾਮ ਆਇਆ, ਆਪਾਂ ਇਹ ਨਹੀਂ ਦੇਖਣਾ ਨਾਮ ਸਹੀ ਆਇਆ ਕਿ ਗਲਤ ਆਇਆ। ਨਾਮ ਸਹੀ ਹੈ ਜਾਂ ਗਲਤ ਹੈ, ਨਾਮ ਸਹੀ ਗਲਤ ਨਹੀਂ ਹੁੰਦਾ। ਜਿਸ ਤਰ੍ਹਾਂ ਹੁਣ ਕਿਸੇ ਦਾ ਨਾਮ ਹੈ, ਜਿਹੜਾ ਇੱਕ ਵਾਰੀ ਨਾਮ ਰੱਖ ਹੋ ਗਿਆ ਉਹਨੂੰ ਆਪਾਂ ਚੇਂਜ ਨਹੀਂ ਨਾ ਕਰ ਸਕਦੇ, ਚਾਹੇ ਉਹਨੂੰ ਬਾਅਦ 'ਚ ਪਸੰਦ ਹੋਵੇ ਚਾਹੇ ਨਾ ਹੋਵੇ। ਸੋ ਸਾਇੰਟੀਫਿਕ ਨੇਮ ਜਿਹੜਾ ਰੱਖਿਆ ਗਿਆ, ਜਿਹੜਾ ਪਹਿਲਾਂ ਰੱਖਿਆ ਗਿਆ, ਬਸ ਵੀ ਇੱਦਾਂ ਨਾ ਹੋਵੇ ਵੀ ਪਹਿਲਾਂ ਵੀ ਰੱਖਿਆ ਹੋਵੇ ਬਾਅਦ 'ਚ ਵੀ ਰੱਖਿਆ ਹੋਵੇ, ਇੱਕ ਦੇ ਦੋ ਨਾਂ ਹੋ ਜਾਣ, ਫਿਰ ਉਹੀ ਪ੍ਰੋਬਲਮ ਹੋ ਜਾਵੇ ਜੋ ਕਾਮਨ ਨੇਮਸ ਨਾਲ ਹੁੰਦੀ ਸੀ। ਇਸ ਕਰਕੇ ਇੱਕ ਲਾਅ ਆਫ ਪ੍ਰਾਇਓਰਿਟੀ ਬਣਾਇਆ ਗਿਆ, ਲਾਅ ਆਫ ਪ੍ਰਾਇਓਰਿਟੀ ਬਣਾਇਆ ਗਿਆ। ਜਿਹੜਾ ਪ੍ਰਾਇਓਰਿਟੀ ਦਾ ਲਾਅ ਹੈ ਉਹ ਕਹਿੰਦਾ ਵੀ 1753 1753 ਤੋਂ ਪਹਿਲਾਂ ਦੇ ਪਲਾਂਟਸ ਦੇ ਨਾਮ, 1758 ਤੋਂ ਪਹਿਲਾਂ ਦੇ ਐਨੀਮਲਸ ਦੇ ਨਾਮ ਡਿਸਕਾਰਡ ਕਰ ਦੇਣੇ ਆ। ਇਹਨਾਂ ਤੋਂ ਬਾਅਦ ਜਿਹੜਾ ਪਹਿਲਾ ਨਾਮ, ਫਸਟ ਨੇਮ ਜਿਹੜਾ ਵੀ ਪਬਲਿਸ਼ ਹੋ ਗਿਆ ਉਹ ਫਾਈਨਲ ਹੋਏਗਾ, ਠੀਕ ਹੈ। ਦੂਸਰਾ ਨਾਮ ਕਿਸੇ ਵੀ ਆਰਗੇਨਿਜ਼ਮ ਦਾ ਕੋਈ ਨਹੀਂ ਰੱਖਿਆ ਜਾਏਗਾ। ਤੀਸਰੀ ਇੱਕ ਐਕਸੈਪਸ਼ਨ ਹੁੰਦੀ ਹੈ ਵੀ ਕਈ ਵਾਰ ਕਿਸੇ ਸਪੀਸ਼ੀਜ਼ ਦੀ ਸਬ ਸਪੀਸ਼ੀਜ਼ ਹੁੰਦੀ ਹੈ। ਤੁਸੀਂ ਨਾ ਇੱਕ ਚੀਜ਼ ਦਾ ਡੌਗ ਇੱਕ ਸਪੀਸ਼ੀਜ਼ ਹੈ, ਠੀਕ ਹੈ, ਡੌਗ ਇੱਕ ਸਪੀਸ਼ੀਜ਼ ਹੈ, ਉਹਦੀਆਂ ਕਿੰਨੀਆਂ ਵਰਾਇਟੀਜ਼ ਹੈ, ਉਹ ਸਾਰੀਆਂ ਸਬ ਸਪੀਸ਼ੀਜ਼ ਹੈ, ਕਿੰਨੀਆਂ ਸਾਰੀਆਂ ਵਰਾਇਟੀਜ਼ ਹੁੰਦੀਆਂ ਜਿਹਨਾਂ ਨੂੰ ਅਸੀਂ ਜਾਣਦੇ ਹਾਂ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਸਪੀਸ਼ੀਜ਼ ਹੈ ਜਿਨ੍ਹਾਂ ਦੀਆਂ ਸਬ ਸਪੀਸ਼ੀਜ਼ ਹੈ। ਜੇ ਕਿਸੇ ਸਪੀਸ਼ੀਜ਼ ਦੀਆਂ ਸਬ ਸਪੀਸ਼ੀਜ਼ ਹੈ ਉਹ ਵੀ ਅਸੀਂ ਲਿਖਣੀ ਹੈ ਤਾਂ ਉਹ ਸਬ ਸਪੀਸ਼ੀਜ਼ ਜਿਹੜੀ ਉਹ ਤੀਸਰਾ ਨਾਮ ਹੋਏਗਾ, ਉਹ ਟ੍ਰਾਈਨੋਮੀਅਲ ਕੇਸ ਹੋਏਗਾ। ਉਹ ਬਹੁਤ ਘੱਟ ਕੇਸਿਸ ਦੇ ਵਿੱਚ ਇੱਦਾਂ ਹੁੰਦਾ, ਠੀਕ ਹੈ। ਪਹਿਲਾਂ ਜੀਨਸ, ਫਿਰ ਸਪੀਸ਼ੀਜ਼, ਫਿਰ ਸਬ ਸਪੀਸ਼ੀਜ਼, ਠੀਕ ਹੈ। ਜੇ ਮਤਲਬ ਜੀਨਸ ਹੋਏ, ਜੀਨਸ ਤੋਂ ਬਾਅਦ ਸਪੀਸ਼ੀਜ਼ ਹੋਏ, ਸਪੀਸ਼ੀਜ਼ ਤੋਂ ਬਾਅਦ ਸਬ ਸਪੀਸ਼ੀਜ਼ ਹੋਏ। ਰੂਲ ਸਬ ਸਪੀਸ਼ੀਜ਼ ਲਈ ਵੀ ਉਹੀ ਹੁੰਦੇ ਆ ਜੋ ਸਪੀਸ਼ੀਜ਼ ਲਈ ਹੁੰਦੇ, ਛੋਟੇ ਅਕਸ਼ਰ ਨਾਲ ਸ਼ੁਰੂ ਹੋਣੀ ਹੈ, ਅੰਡਰਲਾਈਨ ਵੀ ਸੈਪਰੇਟਲੀ ਕਰਨੀ ਹੈ, ਠੀਕ ਹੈ। ਮਤਲਬ ਇਹ ਇੱਕ ਚੀਜ਼ ਹੁੰਦੀ ਹੈ ਕਿ ਜੇ ਕਿਸੇ ਸਪੀਸ਼ੀਜ਼ ਦੀ ਸਬ ਸਪੀਸ਼ੀਜ਼ ਹੈਗੀਆਂ, ਜੇ ਅਸੀਂ ਉਹ ਵੀ ਲਿਖਣੀਆਂ ਹੈ, ਠੀਕ ਹੈ। ਜਿਸ ਤਰ੍ਹਾਂ ਕੈਬੇਜ ਔਰ ਕੌਲੀਫਲਾਵਰ ਦੋ ਸਬ ਸਪੀਸ਼ੀਜ਼ ਹੈ, ਬੰਦ ਗੋਭੀ, ਫੁੱਲ ਗੋਭੀ, ਉਹ ਦੋ ਸਬ ਸਪੀਸ਼ੀਜ਼ ਹੈ, ਸਪੀਸ਼ੀਜ਼ ਇੱਕੋ ਹੀ ਹੈ। ਸੋ ਜੇ ਆਪਾਂ ਇੱਦਾਂ ਦੀ ਕੇਸ ਦੇ ਵਿੱਚ ਸਬ ਸਪੀਸ਼ੀਜ਼ ਨੂੰ ਮੈਂਸ਼ਨ ਕਰਨਾ ਹੈ, ਉਹਨਾਂ ਨੂੰ ਵੀ ਡਿਫਰੈਂਸ਼ੀਏਟ ਕਰਨਾ ਹੈ, ਤਾਂ ਉਹ ਟ੍ਰਾਈਨੋਮੀਅਲ ਨਾਮ ਹੋ ਸਕਦਾ ਹੈ, ਉਸ ਨਾਮ ਦੇ 3 ਹਿੱਸੇ ਹੋ ਸਕਦੇ। ਸੋ ਥੀਸ ਵਰ ਦ ਰੂਲਸ ਫॉर ਸਾਇੰਟੀਫਿਕ ਨੋਮਨਕਲੇਚਰ।